ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਆਪ ਜੀ ਸਾਰੇ ਤੰਦਰੁਸਤ ਹੋਵੋਗੇ ਔਰ ਇਹ ਜੋ ਗੁਰਬਾਣੀ ਦੀ ਆਪਾਂ ਇਸ ਪਲੇਟਫਾਰਮ ਤੇ ਸਾਂਝ ਪਾ ਰਹੇ ਹਾਂ ਤੁਸੀਂ ਉਹਨੂੰ ਇੰਜੋਏ ਕਰ ਰਹੇ ਹੋਵੋਗੇ। ਇਹ ਸਿਰਫ ਕਿਤੇ ਆਪਾਂ ਸੁਣਨ ਜੋਗੇ ਨਾ ਰਹਿ ਜਾਈਏ, ਕਿਉਂਕਿ ਅਸੀਂ ਸਾਰੀ ਜ਼ਿੰਦਗੀ ਜਿਹੜੀ ਹੈ ਪਿਛਲੀ ਮੈਂ ਆਪਣੀ ਗੱਲ ਕਰਦਾ ਕਿ ਅਸੀਂ ਇਹਨਾਂ ਕੰਮਾਂ 'ਚ ਹੀ ਲੰਘਾਤੀ। ਸੁਣ ਕੇ ਕੀਰਤਨ ਸੁਣ ਲਿਆ ਜਾਂ ਗੁਰਬਾਣੀ ਸੁਣ ਲਈ, ਜਿਹੜਾ ਉਹਨੂੰ ਅਮਲ 'ਚ ਲੈ ਕੇ ਆਉਣਾ ਸੀ। ਇਹ ਨਹੀਂ ਹੈ ਵੀ ਸੁਣਨਾ ਨਹੀਂ ਹੈ ਜਾਂ ਗੁਰਬਾਣੀ ਪੜ੍ਹਨੀ ਨਹੀਂ ਹੈ। ਗੁਰਬਾਣੀ ਵੀ ਪੜ੍ਹਨੀ ਹੈ, ਜਿੰਨਾ ਚਿੱਤ ਕਰਦਾ ਪੜ੍ਹੋ, ਲੇਕਿਨ ਉਹਨੂੰ ਸਮਝ ਕੇ ਪੜ੍ਹਨਾ ਆਪਾਂ ਕਿ ਉਹ ਸਾਨੂੰ ਕਹਿ ਕੀ ਰਹੀ ਹੈ। ਇਹਦੇ ਲਈ ਇੱਕੋ ਇੱਕ ਤਰੀਕਾ ਹੈ ਗੁਰਬਾਣੀ ਨੂੰ ਸਮਝਣ ਦਾ ਕਿ ਗੁਰਬਾਣੀ ਦੀ ਰਿਲੇਟਿਵ ਸਟੱਡੀ ਕਰੋ। ਇੱਕ ਸ਼ਬਦ ਲੱਭੋ ਔਰ ਉਹਦੇ ਨਾਲ ਮਿਲਦੇ ਜੁਲਦੇ ਸਾਰੇ ਸ਼ਬਦ ਖੋਜ ਕਰੋ ਔਰ ਉਹਨਾਂ ਨੂੰ ਦੇਖੋ, ਕਿਤੇ ਕੋਈ ਗੱਲ ਕਿਤੇ ਕੋਈ ਗੱਲ। ਸ਼ਬਦ ਹਰ ਸ਼ਬਦ ਕੰਪਲੀਟ ਬ੍ਰਹਮ ਗਿਆਨ ਹੈ। ਲੇਕਿਨ ਇਹ ਮੁਦਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਧੀ ਭਾਲ ਜੀ। ਆਪਾਂ ਸਾਰੇ ਇਹਦੀ ਭਾਲ ਕਰ ਸਕਦੇ ਹਾਂ। ਅੱਜ ਦਾ ਜਿਹੜਾ ਸਾਡਾ ਜਿਹੜਾ ਪਦਾ ਅਸੀਂ ਸ਼ੁਰੂ ਕਰਨਾ ਉਹ ਹੈ ਨੰਬਰ 24, ਜਪ ਬਾਣੀ ਦਾ ਪਦਾ ਨੰਬਰ 24। ਸੋ ਇਹ ਅੱਜ ਅਸੀਂ ਇੱਕੋ ਹੀ ਪਦਾ ਕਰਾਂਗੇ ਕਿਉਂਕਿ ਇਹ ਲੰਮਾ ਹੈ ਔਰ ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕਾਫੀ ਸਾਰੇ ਕਾਲ ਵੀ ਆਉਂਦੇ ਆ ਸੰਗਤ ਦੇ ਔਰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਚੈਨਲ ਤੇ ਮੁਸ਼ਕਲ ਆ ਰਹੀ ਹੈ, ਨੰਬਰਵਾਰ ਲੱਭਦੇ ਨਹੀਂ ਹੈ। ਬੜਾ ਈਜ਼ੀ ਹੈ, ਬਹੁਤ ਈਜ਼ੀ ਹੈ। ਤੁਸੀਂ ਚੈਨਲ ਸਬਸਕ੍ਰਾਈਬ ਕਰੋ ਔਰ ਉਹਦਾ ਜਿਹੜਾ ਬੈਲ ਆਈਕਨ ਹੈ ਉਹ ਵੀ ਲਾ ਕੇ ਰੱਖੋ। ਇਸ ਚੈਨਲ ਤੋਂ ਅਸੀਂ ਕੋਈ ਆਮਦਨ ਨਹੀਂ ਕਰ ਰਹੇ, ਨਾ ਹੀ ਹਲੇ ਇਸੇ ਜੋਗੇ ਹੋਏ ਆ ਕਿ ਆਪਾਂ ਆਮਦਨ ਕਰ ਸਕੀਏ। ਹਲੇ ਆਪਣੇ ਸਬਸਕ੍ਰਾਈਬਰ ਬਹੁਤ ਘੱਟ ਨੇ, ਲੇਕਿਨ ਇਨ ਫਿਊਚਰ ਦੇ ਵਿੱਚ ਜੇ ਕੋਈ ਆਮਦਨ ਹੁੰਦੀ ਵੀ ਹੈ ਤੇ ਉਹ ਅਸੀਂ ਇਸੇ ਚੈਨਲ ਦੇ ਉੱਤੇ ਲਾਵਾਂਗੇ। ਆਪਣੀਆਂ ਰਿਕਾਰਡਿੰਗ ਸਾਰਾ ਕੁਝ ਅਸੀਂ ਹੁਣ ਵੀ ਲਾ ਰਹੇ ਹਾਂ, ਆਪਣਾ ਰਿਕਾਰਡਿੰਗ ਸਿਸਟਮ ਲਏ ਨੇ, ਮਾਈਕਸ ਲਏ ਨੇ ਔਰ ਇਸੇ ਤਰ੍ਹਾਂ ਹੀ ਅਸੀਂ ਉਹ ਕਰਨਾ। ਲੇਕਿਨ ਉੱਥੇ ਤੱਕ ਆਪਾਂ ਜਾਣਾ ਨਹੀਂ ਹੈ। ਮੇਰਾ ਕੋਈ ਇਰਾਦਾ ਨਹੀਂ ਹੈਗਾ ਇਸ ਤੋਂ ਕੋਈ ਇਨਕਮ ਕਰਨ ਦਾ। ਹਾਂ, ਸਿਰਫ ਇੰਨਾ ਕਹਿ ਕਿ ਅਸੀਂ ਕਿਸੇ ਦਿਨ ਇਹ ਜੋ ਚੈਨਲ ਹੈ ਸਾਡਾ ਉਹਨੂੰ ਖੋਲ ਕੇ ਇੱਥੇ ਸਾਰਿਆਂ ਦੇ ਸਾਹਮਣੇ ਸ਼ੇਅਰ ਕਰਕੇ ਦੱਸਾਂਗੇ ਕਿ ਆਪਾਂ ਕਿੱਦਾਂ ਵੀਡੀਓਜ਼ ਲੱਭਣੀਆਂ ਨੇ। ਹਰ ਜਿਹੜੀ ਵਿਚਾਰ ਹੈ ਉਹ ਸੀਰੀਅਲ ਵਾਈਜ਼, ਡੇਟ ਵਾਈਜ਼ ਇਸ ਚੈਨਲ ਦੇ ਉੱਤੇ ਹੈ। ਲੇਕਿਨ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ, ਜਾਂ ਅਸੀਂ ਉਹ ਮਤਲਬ ਸੰਗਤ 'ਚ ਨਹੀਂ, ਇੱਥੇ ਆਪਣੇ ਲੈਵਲ ਤੇ ਦੁਬਾਰਾ ਕਰਾਂਗੇ। ਇੱਕ ਜਪ ਬਾਣੀ ਦਾ ਅਸੀਂ ਅਲੱਗਾ ਰਿਕਾਰਡ ਬਣਾਵਾਂਗੇ। ਇਹ ਜਿਹੜਾ ਹੋਇਆ ਇਹ ਵੀ, ਔਰ ਪਲੱਸ ਕਈ ਪਿੱਛੇ ਪਦਿਆਂ ਦੇ ਵਿੱਚ ਹੋਰ ਅਸੀਂ ਸੋਚ ਰਹੇ ਹਾਂ ਕਿ ਉਹਨਾਂ ਨੂੰ ਹੋਰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਜਾ ਸਕਦਾ ਸੀ, ਕਿਉਂਕਿ ਜਿਉਂ-ਜਿਉਂ ਸ਼ਬਦ ਸਾਡੇ ਸਾਹਮਣੇ ਆਉਂਦੇ ਆ ਤਿਉਂ-ਤਿਉਂ ਸਾਨੂੰ ਗੁਰਬਾਣੀ ਚੋਂ ਹੀਰੇ ਰਤਨ ਲੱਭ ਰਹੇ ਨੇ ਔਰ ਉਹਨਾਂ ਦੀ ਅਸੀਂ ਜ਼ਰੂਰ ਸੰਗਤ ਨਾਲ ਸਾਂਝ ਪਾਵਾਂਗੇ। ਇਹਨਾਂ ਨੂੰ ਇਹ ਏਦਾਂ ਹੀ ਅਸੀਂ ਆਪਣੇ ਸਰੀਰ ਦੇ ਅੰਦਰ ਨਹੀਂ ਲੈ ਕੇ ਜਾਣੇ, ਇਹਨਾਂ ਨੂੰ ਕੱਢ ਕੇ ਵੰਡ ਕੇ ਜਾਵਾਂਗੇ ਔਰ ਇਹਦਾ ਇੱਕੋ ਡੇਟਾ, ਸਾਰੀ ਜਪ ਬਾਣੀ ਦਾ ਇੱਕੋ ਡੇਟਾ ਬਣਾਵਾਂਗੇ ਔਰ ਉਹ USB ਵਗੈਰਾ ਤੇ ਪਾ ਕੇ ਜਾਂ ਕਿਵੇਂ ਵੀ ਸਾਰੀਆਂ ਸੰਗਤਾਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ। ਔਰ ਚੈਨਲ ਤੇ ਵੀ ਬਹੁਤ ਈਜ਼ੀ ਹੈ। ਨੈਕਸਟ ਟਾਈਮ ਮੈਂ ਪੂਰੀ ਇੱਥੇ ਡੈਮੋ ਦੇ ਦੂੰਗਾ ਸਕਰੀਨ ਦੇ ਉੱਤੇ, ਔਰ ਜਿਨ੍ਹਾਂ ਨੂੰ ਕਈ ਬਜ਼ੁਰਗ ਨੇ ਨਹੀਂ ਲੱਭ ਸਕਦੇ ਉਹਨਾਂ ਨੂੰ ਗਰੁੱਪ ਦੇ ਵਿੱਚ ਆਪਾਂ ਇਸੇ ਕਰਕੇ ਪਾਈਦਾ ਕਿ ਚਲੋ ਆਹ ਚੀਜ਼ ਆ ਗਈ ਹੈ। ਲੇਕਿਨ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਊਗਾ ਚੈਨਲ, ਬੈਲ ਆਈਕਨ ਦੱਬਿਆ ਹੋਊਗਾ, ਜਦੋਂ ਵੀ ਕੋਈ ਰਿਕਾਰਡਿੰਗ ਆਊਗੀ ਚੈਨਲ ਦੇ ਉੱਤੇ ਉਦੋਂ ਹੀ ਤੁਹਾਨੂੰ ਉਹਦੀ ਇਨਫੋਰਮੇਸ਼ਨ ਤੁਹਾਡੇ ਫੋਨ ਤੇ ਆ ਜਾਏਗੀ, ਤੁਸੀਂ ਉਹ ਸੁਣ ਸਕਦੇ ਹੋ। ਇਟਸ ਵੈਰੀ ਵੈਰੀ ਈਜ਼ੀ। ਤੇ ਆਪਾਂ ਅੱਜ ਦੀ ਵਿਚਾਰ ਜਿਹੜੀ ਹੈ ਸਾਡੀ, ਉਹ ਇੱਕ ਜਿਹੜੀ ਲਾਈਨ ਹੈ ਉਹ
ਅੱਜ ਵਿਚਾਰਨ ਵਾਲੀ ਹੈ, ਸੁਣਨ ਵਾਲੀ ਹੈ। 24 ਨੰਬਰ ਪਦਾ ਹੈ। ਅਸੀਂ ਪਿੱਛੇ 23 ਪਦੇ ਕਰ ਆਏ ਹਾਂ। ਪਹਿਲਾਂ ਅਸੀਂ ਜ਼ਿਆਦਾ ਡੀਟੇਲ ਦੇ ਵਿੱਚ ਕੀਤੇ ਨੇ, ਕਿਉਂਕਿ ਜਿਹੜਾ ਮੈਸੇਜ ਹੈ ਉਹ ਇੱਕੋ ਹੀ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਭਜ ਮਨ ਮੇਰੇ ਏਕੋ ਨਾਮ, ਏਕੈ ਏਕ ਤੂੰ ਹੀ, ਏਕੈ ਤੂੰ ਰਾਇਆ। ਮੈਸੇਜ ਇੱਕੋ ਹੀ ਚੱਲਣਾ, ਲੇਕਿਨ ਉਹਨੂੰ ਜਿਹੜਾ ਕਹਿਣ ਦਾ ਤਰੀਕਾ ਹੈ, ਢੰਗ ਹੈ, ਉਹ ਵੱਖਰਾ ਵੱਖਰਾ ਹੋ ਜਾਂਦਾ। ਕਿਤੇ ਈਜ਼ੀ ਹੈ, ਕਿਤੇ ਹਾਰਡ ਹੈ, ਕਿਤੋਂ ਅਸੀਂ ਸ਼ਬਦਾਂ ਦੀ ਮਦਦ ਦੇ ਨਾਲ ਉਹਨੂੰ ਹੋਰ ਚੰਗੀ ਤਰ੍ਹਾਂ ਖੋਲ ਸਕਦੇ ਹਾਂ। ਤੇ ਇਹ ਜੋ ਆਪਾਂ ਵਿਚਾਰ ਕਰਦੇ ਹਾਂ, ਇਹ ਵੀ ਤੁਹਾਨੂੰ ਹੈਲਪਫੁਲ ਹੋਏਗਾ। ਮੀਨਿੰਗਸ ਲਿਖੇ ਨੇ, ਉਹ ਵੀ ਪੜ੍ਹ ਲਓ, ਉਹ ਵੀ ਹੈਲਪਫੁਲ ਹੋਣਗੇ। ਲੇਕਿਨ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਨੂੰ, ਗੁਰਬਾਣੀ ਨੂੰ ਆਪਾਂ ਆਪਣੇ ਤੇ ਢਾਲੀਏ ਇਮਾਨਦਾਰੀ ਦੇ ਨਾਲ। ਇਮਾਨਦਾਰੀ ਦੇ ਨਾਲ ਉਹ, ਜੇ ਅਸੀਂ ਗੁਰਦੁਆਰੇ ਗਏ ਆ, ਉੱਥੇ ਲੰਗਰ 'ਚ ਗੱਲਾਂ ਗੁੱਲਾਂ ਮਾਰ ਕੇ ਆ ਗਏ ਆ, ਜਾਂ ਬਸ ਹਾਲ ਚਾਲ ਪੁੱਛ ਕੇ ਆ ਗਏ ਆ ਬਾਕੀ ਲੋਕਾਂ ਦਾ, ਹਰ ਕਰਤਾ ਸਭ ਕਿਛ ਜਾਣਦਾ, ਜਿੱਦੋਂ ਕਿਛ ਗੁੱਝਾ ਨਾ ਹੋਏ। ਕੋਈ ਗੱਲ ਛਿਪੀ ਨਹੀਂ ਰਹਿਣੀ ਹੈ। ਤੁਹਾਡੀ ਜਿਹੜੀ ਸੋਚ ਹੈ, ਤੁਹਾਡੀ ਜਿਹੜੀ ਮਨ ਦੇ ਅੰਦਰ ਜੋ ਚੱਲਣਾ ਹੈ, ਉਹ ਕਰਤਾ ਪੁਰਖ ਉਹ ਜਾਣਦਾ। ਇਸ ਕਰਕੇ ਜੇ ਉੱਥੇ ਜਾਣਾ ਹੈ, ਸੰਗਤ ਦੇ ਵਿੱਚ ਜਾਣਾ ਹੈ, ਤੇ ਮੈਕਸਿਮਮ ਟਾਈਮ ਆਪਣਾ ਅੰਦਰ ਗੁਰਬਾਣੀ ਦੇ ਨਾਲ ਜੁੜੋ। ਗੁਰਬਾਣੀ ਨੂੰ ਗਾਓ, ਸ਼ਬਦ ਨੋਟ ਕਰਕੇ ਲੈ ਕੇ ਆਓ, ਉਹਨਾਂ ਦੀ ਖੋਜ ਕਰੋ। ਸੋ ਕਹਿਣ ਤੋਂ ਭਾਵ ਹੈ ਕਿ ਇਹ ਖਾਲੀ ਜੇ ਸੁਣ ਲਿਆ ਆਪਾਂ, ਜੇਕਰ ਅਮਲ ਨਾ ਕੀਤਾ ਇਹਦੇ ਤੇ, ਆਪਾਂ ਪਿੱਛੇ ਰਹਿ ਜਾਾਂਗੇ। ਸੋ ਆਓ ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ। ਇਹਦਾ ਸਾਰਾਂਸ਼ ਜਿਹਾ ਇੱਥੋਂ ਸ਼ੁਰੂਆਤ ਕਰਦੇ ਹਾਂ ਆਪਾਂ, ਕਿ ਪਰਮਾਤਮਾ ਦੇ ਜਿਹੜੇ ਗੁਣ ਨੇ, ਉਹਨਾਂ ਤੱਕ ਪਹੁੰਚ ਨਹੀਂ ਹੋ ਸਕਦੀ। ਹਾਂ, ਜੇ ਕੋਈ ਅਭਿਆਸੀ ਪਹੁੰਚ ਵੀ ਜਾਏਗਾ ਉੱਥੋਂ ਤੱਕ, ਉਹਦੀ ਅਵਸਥਾ ਉੱਚੀ ਹੋ ਜਾਏਗੀ। ਜੇ ਕੋਈ ਮੰਨ ਲਓ ਪਹੁੰਚ ਵੀ ਗਿਆ, ਤੇ ਕਰਤਾ ਪੁਰਖ ਓਨਾ ਹੀ ਹੋਰ ਅੱਗੇ ਵੱਧ ਜਾਏਗਾ। ਸੋ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਉਸ ਦੀ ਵਡਿਆਈ ਜਿਹੜੀ ਹੈ ਉਹ ਪਵਿੱਤਰ ਹੈ। ਜਿੱਥੇ ਉਹ ਸੁਭਾਇਮਾਨ ਹੈ, ਉਹ ਥਾਂ ਪਵਿੱਤਰ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ। ਉਹ ਹੀ ਸਾਡੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ। ਅੰਤ ਨਾ ਸਿਫਤੀ, ਕਹਿਣ ਨਾ ਅੰਤ। ਅੰਤ ਨਾ ਸਿਫਤੀ, ਕਹਿਣ ਨਾ ਅੰਤ। ਸੋ ਇਹ ਅਧਿਆਤਮ ਦੇ ਨਾਲ ਰਿਲੇਟਡ ਹੈ, ਬੰਦਗੀ ਦੇ ਨਾਲ ਰਿਲੇਟਡ ਹੈ। ਕਹਿੰਦੇ ਬੇਅੰਤ ਬੰਦਗੀ ਕਰਨ ਦੇ ਬਾਵਜੂਦ ਵੀ ਅਕਾਲ ਪੁਰਖ ਦੀ, ਪ੍ਰਭੂ ਦੀ ਪੂਰਨ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ। ਅੰਤ ਨਾ ਸਿਫਤੀ, ਕਹਿਣ ਨਾ ਅੰਤ। ਸਿਫਤ ਸਲਾਹ ਕਰਕੇ, ਉਹਦੇ ਨਾਮ ਨੂੰ ਕਹਿ ਕੇ ਵੀ, ਉਹਦੀ ਬੰਦਗੀ ਕਰਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਬਾਰੇ ਪੂਰਨ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ। ਅੱਗੇ ਕਹਿੰਦੇ ਅੰਤ ਨਾ ਕਰਨਾ, ਦੇਣ ਨਾ ਅੰਤ। ਅੰਤ ਨਾ ਕਰਨਾ, ਦੇਣ ਨਾ ਅੰਤ।
यह है कि अंतां दा कर्म कांड करके भी या दान आदक दे के भी उसका अंत नहीं पाया जा सकता। सो ये है कर्म कांड के नाल रिलेटेड। इनू बहुत ध्यान नाल फॉलो करना। अंत ना सिफती कहण ना अंत, ये जो है अध्यात्म नाल बंदगी दे नाल रिलेटेड है। अंत ना करना, ये कर्म कांड दे नाल रिलेटेड है कि उसकी बेअंत भगती, अथाह भगती, अथाह बंदगी, अथाह इबादत करन दे बावजूद भी अकाल पुरख की पूर्ण जानकारी हासिल नहीं की जा सकती। और दूसरी जो है वो कर्म कांड दे नाल रिलेटेड है। कहते अंत न करना, जो मर्जी करी जाओ, वो कर्म कांड करन दे बावजूद भी, दान आदक देण दे बावजूद भी उस अकाल पुरख दे अंत दा पता नहीं लग सकता। दैट्स इट। मैं फिर पढ़दा ताकि पूर्ण क्लैरिटी हो जाए। अंत ना सिफती कहण ना अंत, अध्यात्म दे नाल रिलेटेड है। अंत ना करना, देण ना अंत, ये कर्म कांड दे नाल रिलेटेड है। हुण अगे अंत ना वेखण, सुनन ना अंत। अंत ना वेखण, सुनन ना अंत। कादर दी, अकाल पुरख दी, प्रभु दी लीला नू वेखण सुनन दे बाद भी साडे पल्ले कख नहीं पएगा। बड़े ध्यान नाल सरवण करना। वेखण तो बाद दी गल करदा है, ਉਹਨੂੰ ਸੁਣਨ ਤੋਂ ਬਾਅਦ ਦੀ ਗੱਲ ਕਰਦਾ। ਅੰਤ ਨਾ ਵੇਖਣ, ਜੇ ਅਕਾਲ ਪੁਰਖ ਨੂੰ ਵੇਖਿਆ ਵੀ ਜਾ ਸਕਦਾ ਹੋਵੇ, ਜੇ ਕੋਈ ਅਭਿਆਸੀ ਇੱਥੋਂ ਤੱਕ ਪਹੁੰਚ ਵੀ ਜਾਵੇ, ਵੇਖ ਵੀ ਲਵੇ, ਉਹਨੂੰ ਉਹਦੀ ਆਵਾਜ਼ ਵੀ ਸੁਣ ਲਵੇ, ਲੇਕਿਨ ਫਿਰ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਵੀ ਉਹ ਅਭਿਆਸੀ ਉਸ ਦੀ ਕੋਈ ਹਾਥ ਨਹੀਂ ਪਾ ਸਕੇਗਾ, ਉਸ ਦਾ ਕੋਈ ਅੰਤ ਨਹੀਂ ਪਾ ਸਕੇਗਾ। ਅੰਤ ਨਾ ਜਾਪੈ क्या मन मंत, उस रचनहार प्रभु दे, प्रभु दा की मंतव है, उहदे मन विच की है, उस दी रजा दा किसे नू नहीं पता। अंत ना जापै क्या माने मंत, उहदा मंतव की है, उहदे मन विच की मंतव है, उहदी की रजा है, उस दा अंत नहीं पाया जा सकता। उस दी था नहीं पाई जा सकती। उस बारे पूर्ण जानकारी नहीं लै सकते। अंत न जापै कीता आकार, इस जगत दे पसारे तो भी प्रभु दा हद बनना नहीं मिल सकता, ना ही मिलिया। सो ध्यान नाल देखो, पहलियां दो लाइनां आपां क्लीयर कीतियां ने। एक अध्यात्म वाल इशारा है, दूजा कर्म कांड दे वल है, तीसरा उस करते पुरख दी फिजिकल अपीयरेंस वाल जिक्र है। अंत ना वेखण, सुनन ना अंत। फिजिकल अपीयरेंस आ गई। जे वेख भी लिया, उन्होंने सुन भी लिया, ਉਹਦਾ अंत नहीं पाया जा सकता। अंत ना जापै क्या मन मंत, हुण प्रभु दी अपनी रजा की है, ਉਹਦੇ मन विच की मंतव है, ਇਹਦੇ बारे भी पूर्ण जानकारी हासिल नहीं की जा सकती। अंत ना जापै कीता आकार। सो ऐस जिहड़ा पसारा जगत दा कीता है, ਉਹਦੀ लीला ਨੂੰ ਵੇਖ ਵੇਖ के भी प्रभु दा हद बनना नहीं मिल सकता।
अंत न जापै कीता आकार। मैं बड़ा प्रिसाइजली लाइन बाय लाइन कर रहा क्योंकि ਇਹ ਵੀ ਵਿਚਾਰ ਆਈ ਸੀਗੀ ਕਿ ਆਪਾਂ ਕਈ ਵਾਰੀ डिटेल ਦੇ ਵਿੱਚ ਜਦੋਂ ਅਸੀਂ ਜਾਣਦੇ ਹਾਂ ਤੇ ਥੋੜਾ ਜਿਹਾ ਕਈ ਵਾਰੀ ਕਨਫਿਊਜ਼ਨ ਹੋ ਜਾਂਦਾ। ਸੋ ਕਨਫਿਊਜ਼ ਨਹੀਂ ਹੋਣਾ, ਉਸ ਕਰਕੇ ਆਪਾਂ ਬਿਲਕੁਲ ਲਾਈਨ ਬਾय ਲਾਈਨ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਵੀ ਮੈਂ ਰਿਪੀਟ ਕਰਦਾ ਕਿ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜ਼ਰੂਰੀ ਤਾਂ ਹੈ ਕਿ ਹਰ ਕੋਈ ਆਪਣੇ ਢੰਗ ਤਰੀਕੇ ਦੇ ਨਾਲ ਪ੍ਰੀਚ ਕਰ ਰਿਹਾ, ਪ੍ਰਚਾਰ ਕਰ ਰਿਹਾ, ਅਸੀਂ ਉਹਨਾਂ ਨੂੰ ਸੁਣਦੇ ਹਾਂ। ਹਰ ਇੱਕ ਦਾ ਵੱਖਰਾ ਤਰੀਕਾ ਹੈ। ਅੱਜ ਕੱਲ ਤੇ ਹੁਣ there are so many different thoughts। ਕੋਈ ਕਹਿ ਰਿਹਾ ਕਿ ਕੁਦਰਤ ਹੀ ਰੱਬ ਹੈ, ਕੁਦਰਤ ਨੂੰ ਦੇਖੋ, ਫੁੱਲ ਫਲ ਦੇਖੋ, ਝਰਨੇ, ਨਦੀਆਂ, ਸਮੁੰਦਰ ਦੇਖੋ, ਇਹੀ ਰੱਬ ਹੈ। ਕੋਈ ਕਹਿ ਰਿਹਾ ਹੈ ਕਿ ਬਸ ਬਾਣੀ ਪੜ੍ਹ ਲਿਆ ਕਰੋ, ਥੋੜੀ ਬਹੁਤ ਸਵੇਰੇ ਪਾਠ ਕਰ ਲਿਆ, ਥੋੜਾ ਸ਼ਾਮ ਨੂੰ ਕਰ ਲਿਆ, ਆਪਣਾ ਕਰੈਕਟਰ ਠੀਕ ਰੱਖੋ, ਸੱਚ ਬੋਲੋ। ਠੀਕ ਹੈ, ਇਹ ਆਪਾਂ ਜਿਵੇਂ ਗੱਲ ਕਰ ਰਹੇ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਥੋੜਾ ਸਾਰੇ ਕਹਿ ਰਹੇ ਨੇ, ਪਰ ਉਸ ਕਹਿਣ ਦਾ ਵੀ ਫਾਇਦਾ ਤਾਂ ਹੈ ਅਸੀਂ ਉਹਨੂੰ ਅਡਾਪਟ ਕਰਦੇ ਜਾਈਏ। ਫਿਰ ਇਹਦੇ ਤੇ ਮਿਹਨਤ ਆਪ ਕਰਨੀ ਪੈਣੀ। ਕਿਸੇ ਦਾ ਕੀਤਾ ਕਰਾਇਆ ਕੋਈ ਇਹ ਦਵਾਈ ਨਹੀਂ ਹੈ ਵੀ ਪੂੜੀ ਬੰਨ ਕੇ ਦੇਤੀ ਅਗਲੇ ਨੇ ਤੇ ਅਸੀਂ ਘਰ ਜਾ ਕੇ ਪਾਣੀ ਨਾਲ ਉਹਦਾ ਫੱਕਾ ਮਾਰ ਲਿਆ ਤੇ ਉਹ ਸਾਡੇ ਅੰਦਰ ਚਲਾ ਜਾਊਗਾ। ਨਾ, ਇਹ ਮਿਹਨਤ ਕਰਨੀ ਪੈਣੀ ਹੈ। ਇਹਨੂੰ ਪੜ੍ਹਨ 'ਚ ਵੀ ਮਿਹਨਤ ਕਰਨੀ ਪੈਣੀ ਹੈ, ਟਾਈਮ ਵੀ ਦੇਣਾ ਪੈਣਾ ਹੈ। ਔਰ ਵੱਡੀ ਗੱਲ ਜਿਹੜੀ ਕੁੰਜੀ ਹੈ ਹਰ ਚੀਜ਼ ਦੀ, ਜਿਹੜਾ ਧੁਰਾ ਹੈ ਸਾਡਾ, ਜਿੱਥੋਂ ਸਾਨੂੰ ਹਰ ਚੀਜ਼ ਬਾਰੇ ਪਤਾ ਲੱਗਣਾ, ਗਿਆਨ ਬਾਰੇ, ਧਿਆਨ ਬਾਰੇ, ਸਿਮਰਨ ਬਾਰੇ, ਤੁਰਿਆ ਅਵਸਥਾ ਬਾਰੇ, ਦਸਮ ਦੁਆਰ ਬਾਰੇ, ਕਰਮ ਖੰਡ ਬਾਰੇ, ਉਹ ਹੈ ਸ਼ਬਦ ਦਾ ਅਭਿਆਸ। ਸ਼ਬਦ ਦਾ ਅਭਿਆਸ। ਸੋ ਆਪਾਂ ਗੱਲ ਕਰ ਰਹੇ ਸੀ ਅੰਤ ਨਾ ਜਾਪੈ ਕੀਤਾ ਆਕਾਰ। ਐਸ ਕੁਦਰਤ ਦੇ ਪਸਾਰੇ, ਜਗਤ ਦੇ ਪਸਾਰੇ ਤੋਂ ਵੀ ਉਸ ਅਕਾਲ ਪੁਰਖ ਦਾ ਕੋਈ ਹੱਦ ਬੰਨਾ ਨਹੀਂ ਮਿਲ ਸਕਦਾ। ਅੰਤ ਨਾ ਜਾਪੈ ਪਾਰਾਵਾਰ। ਪ੍ਰਭੂ ਦੇ ਆਰ ਪਾਰ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ, ਕੋਈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂ ਇਹ ਗੱਲਾਂ ਆਈਆਂ ਨੇ ਸਾਡੇ ਬ੍ਰਹਮ ਗਿਆਨ ਦੇ ਵਿੱਚ? ਕਿਉਂਕਿ ਉਸ ਸਮੇਂ ਤੇ ਲੁਕਾਈ ਨੂੰ ਜੋ ਵੀ ਧਰਮ ਉਸ ਵੇਲੇ ਮੌਜੂਦ ਸੀ, ਜੋ ਵੀ ਰਾਸਤੇ ਉਸ ਵੇਲੇ ਮੌਜੂਦ ਸੀ, ਲੋਕਾਂ ਨੂੰ ਪਾਗਲ ਬਣਾ ਕੇ ਠੱਗਿਆ ਜਾ ਰਿਹਾ ਸੀ। ਲੋਕਾਂ ਦਾ ਜਨਮ ਜਿਹੜਾ ਹੈ, ਮਨੁੱਖਾ ਜਨਮ, ਉਹ ਅਜਾਈ ਜਾ ਰਿਹਾ ਸੀ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ। ਹਰ ਕੋਈ ਬੰਦਾ ਉਹਨੂੰ, ਹਰ ਕੋਈ ਮਜ਼ਹਬ ਆਪਣੇ ਢੰਗ ਤਰੀਕੇ ਦੇ ਨਾਲ ਉਹਨੂੰ ਐਕਸਪਲੇਨ ਕਰ ਰਿਹਾ ਸੀ। ਹੁਣ ਇੱਕ ਮਜ਼ਹਬ ਹੈ, ਉਹ ਕਹਿੰਦਾ ਕਿ ਸਤਵੇਂ ਪਤਾਲ ਤੇ ਬੈਠਾ ਹੈ, ਉਹ ਸਤਵੇਂ ਆਕਾਸ਼ ਤੇ ਬੈਠਾ ਹੈ ਅਕਾਲ ਪੁਰਖ, ਅੱਲਾਹ, ਪਰਮਾਤਮਾ, ਜੋ ਵੀ। ਇੱਕ ਪਾਸੇ ਮੈਂ ਬੇਨਤੀ ਕਰਦਾ ਕਿ ਆਪਣੇ ਆਪ ਨੂੰ ਮਿਊਟ ਰੱਖੋ, ਉਹ ਨਾ ਫਿਰ ਗੱਲ ਵਿਗੜ ਜਾਂਦੀ ਹੈ ਸਾਰੀ। ਮੈਂ ਉਹ ਕੀਤਾ ਵੀ ਹੈ। ਹਲੋ, ਇੱਕ ਮਿੰਟ ਪਲੀਜ਼ ਆਪਣੇ ਆਪ ਨੂੰ ਮਿਊਟ ਰੱਖੋ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਸ ਪ੍ਰਭੂ ਦੇ ਆਰ ਪਾਰ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਇੱਕ ਮਜ਼ਹਬ ਉਸ ਵੇਲੇ ਕਰਮ ਕਾਂਡਾਂ ਵੱਲ ਧੱਕ ਰਿਹਾ ਸੀ ਲੋਕਾਈ ਨੂੰ, ਇੱਕ ਮਜ਼ਹਬ ਉਸ ਵੇਲੇ ਬੰਦਗੀ ਸੀ ਉਹਨਾਂ ਦੇ ਕੋਲ। ਐਸਾ ਨਹੀਂ ਹੈ ਕਿ ਬੰਦਗੀ ਨਹੀਂ ਸੀ, ਲੇਕਿਨ
ਬੰਦਗੀ ਕਰਨ ਵਾਲਿਆਂ ਦੀ ਘਾਟ ਹੋਣ ਕਰਕੇ ਹਰ ਕੋਈ ਰੀਸੋ ਰੀਸੀ ਉਸ ਕਿੱਤੇ ਦੇ ਵਿੱਚ ਆ ਕੇ ਲੁਕਾਈ ਨੂੰ ਠੱਗ ਰਿਹਾ ਸੀ। ਲੁਕਾਈ ਨੂੰ ਕਹਿ ਰਿਹਾ ਸੀ ਇੰਨਾ ਦਾਨ ਤੈਨੂੰ ਦੇਣਾ ਪੈਣਾ, ਆ ਗਊ ਦਾਨ ਦੇਣੀ ਪੈਣੀ ਹੈ, ਇੰਨਾ ਸੋਨਾ ਤੈਨੂੰ ਦਾਨ ਦੇਣਾ ਪੈਣਾ, ਤੈਨੂੰ ਇੰਨੀ ਯਾਤਰਾ ਕਰਨੀ ਪੈਣੀ ਹੈ, ਤੈਨੂੰ ਇੰਨੇ ਸ਼ਾਸਤਰਾਂ ਦੇ ਪਾਠ ਕਰਨੇ ਪੈਣੇ ਆ, ਕਰਾਉਣੇ ਪੈਣੇ ਆ, ਕਿਉਂਕਿ ਉਹਦੇ ਚ ਉਹਨਾਂ ਦਾ ਫਾਇਦਾ ਸੀਗਾ। ਉਹ ਕਮਰਸ਼ੀਅਲਾਈਜ਼ ਹੋ ਚੀਜ਼। ਅਧਿਆਤਮ ਜਿਹੜਾ ਸੀਗਾ ਇਹਨੂੰ ਕਦੇ ਵੀ ਕਮਰਸ਼ੀਅਲਾਈਜ਼ ਨਹੀਂ ਕੀਤਾ ਜਾ ਸਕਦਾ। ਕਦੇ ਵੀ ਕੋਈ ਪੈਸੇ ਲੈ ਕੇ ਤੁਹਾਨੂੰ ਰੱਬ ਨਾਲ ਨਹੀਂ ਮਿਲਾ ਸਕਦਾ। ਕਦੇ ਵੀ ਤੁਹਾਨੂੰ ਕੋਈ ਪੈਸੇ ਲੈ ਕੇ ਰੱਬ ਦੀਆਂ ਗੱਲਾਂ ਨਾਲ ਤੁਹਾਡੀ ਐਂਟਰਟੇਨਮੈਂਟ ਕਹਿ ਲਓ ਜਾਂ ਤੁਹਾਨੂੰ ਗਿਆਨ ਕਹਿ ਲਓ, ਕਦੇ ਤੁਹਾਡੇ ਅੰਦਰ ਨਹੀਂ ਪਾ ਸਕਦਾ। ਹਾਂ, ਕਿੱਤਾ ਬਣ ਗਿਆ, ਅਸੀਂ ਉਹਦੀ ਰਿਸਪੈਕਟ ਕਰਦੇ ਹਾਂ। ਕਿੱਤਾ ਬਣ ਹੀ ਗਿਆ ਤੇ ਫਿਰ ਉਸ ਪ੍ਰੋਫੈਸ਼ਨ ਦਾ ਜਿਹੜਾ ਜੋ ਵੀ ਹੈ ਉਹਦੇ ਵਿੱਚ ਪੂਰਾ ਤੇ ਨਹੀਂ ਹੋ ਸਕਦਾ, ਪਰਫੈਕਟ ਤੇ ਨਹੀਂ ਹੋ ਸਕਦਾ, ਲੇਕਿਨ ਉਹ ਰਾਸਤੇ ਤੇ ਚੱਲਦਾ ਹੋਵੇ, ਗੱਲ ਹੋਵੇ ਉਹਦੇ ਚ ਕੋਈ ਕਿ ਉਹ ਕਰਤੇ ਪੁਰਖ ਦੀਆਂ ਬਾਤਾਂ ਨੂੰ ਜਾਣਦਾ ਹੈ, ਉਹ ਦੱਸ ਸਕਦਾ ਹੈ, ਅਸੀਂ ਉਹਦੇ ਤੋਂ ਪ੍ਰੇਰਨਾ ਲੈ ਸਕਦੇ ਹਾਂ। ਰਾਈਟ? ਸੋ ਅਸੀਂ ਕਿਸੇ ਦੇ ਵਿਰੁੱਧ ਨਹੀਂ, ਅਸੀਂ ਸਾਡਾ ਸਿਰਫ ਇਹੀ ਮੰਤਵ ਹੈ ਕਿ ਜੋ ਵੀ ਕਰ ਰਿਹਾ ਆਪਣੀ ਥਾਂ ਤੇ ਠੀਕ ਹੈ, ਲੇਕਿਨ ਉਹ ਆਪ ਉਹਦੇ ਤੇ ਅਮਲ ਕਰਦਾ ਹੋਵੇ ਤਾਂ ਗੱਲ ਬਣੇਗੀ। ਜਿਸ ਮਨ ਬਸੈ ਆਪ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਸਿੱਖਿਆ ਦੇ ਨਾਲ ਫਿਰ ਲੋਕਾਈ ਦਾ ਸੰਸਾਰ ਦਾ ਭਲਾ ਹੋ ਸਕਦਾ। ਸੋ ਉਸ ਕਰਤੇ ਪੁਰਖ ਦੇ ਆਰ ਪਾਰ ਦਾ ਕੋਈ ਪਤਾ ਨਹੀਂ, ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਹਾਂ, ਅੰਤ ਕਾਰਨ ਕੇਤੇ ਬਿਲਾਹੇ। ਦੇਖੋ, ਪ੍ਰਭੂ ਦੀ ਜਾਣਕਾਰੀ ਹਾਸਲ ਕਰਨ ਲਈ ਕਈ ਲੋਕ ਤਰਲੋ ਮੱਛੀ ਹੋਏ ਪਏ ਨੇ, ਉਤਾਵਲੇ ਹੋਏ ਪਏ ਨੇ, ਬਿਲਾ ਰਹੇ ਨੇ, ਬਿਲਾਹੇ। ਉਹਦੀ ਪੂਰਨ ਜਾਣਕਾਰੀ ਲੈਣ ਵਾਸਤੇ, ਜਾਣਕਾਰੀ ਹਾਸਲ ਕਰਨ ਲਈ ਲੋਕ ਉਤਾਵਲੇ ਹੋਏ ਪਏ ਨੇ ਤਾਂ ਕਿ ਅੰਤ ਨਾ ਪਾਏ ਜਾਏ। ਤਾਂ ਵੀ ਉਸ ਦੀ ਕੋਈ ਥਾ, ਉਸ ਦਾ ਕੋਈ ਅੰਤ ਨਹੀਂ ਪਾ ਸਕਿਆ। ਏਦਾਂ ਨਹੀਂ ਪਸੀਜਣਾ ਉਹਨੇ ਕਿ ਇਹ ਤਰਲੋ ਮੱਛੀ ਹੋ ਰਿਹਾ, ਵੀ ਜਾਣਕਾਰੀ ਚਾਹੀਦੀ ਹੈ ਇਹਨੂੰ ਨਾ, ਕਰਨਾ ਪੈਣਾ ਕੰਮ। ਜਿਹੜਾ ਕੰਮ ਸਾਨੂੰ ਗੁਰਬਾਣੀ ਦੱਸ ਰਹੀ ਹੈ, ਬ੍ਰਹਮ ਗਿਆਨ ਦੱਸ ਰਿਹਾ, ਉਹ ਸਾਨੂੰ ਕਰਨਾ ਪੈਣਾ। ਆਪਾਂ ਆਉਨੇ ਆ ਉਸ ਗੱਲ ਵੱਲ। ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਤਾਂ ਕਿ ਅੰਤ ਨਾ ਪਾਏ ਜਾਹੇ। ਪ੍ਰਭੂ ਦੀ ਜਾਣਕਾਰੀ ਲੈਣ ਵਾਸਤੇ, ਹਾਸਲ ਕਰਨ ਵਾਸਤੇ ਕਈ ਲੋਕ ਉਤਾਵਲੇ ਹੋ ਰਹੇ ਨੇ, ਤਾਂ ਵੀ ਕੋਈ ਉਸ ਦੀ ਥਾ, ਉਸ ਦਾ ਕੋਈ ਅੰਤ ਨਹੀਂ ਪਾ ਸਕਿਆ। ਇਹ ਅੰਤ ਨਾ ਜਾਣੈ ਕੋਈ। ਸੋ ਹੁਣ ਉਹਦਾ ਅੰਤ ਨਹੀਂ ਪਾ ਸਕੇ। ਇੰਨੀ ਕਿਉਰਿਓਸਿਟੀ, ਇੰਨੀ ਪਰੇਸ਼ਾਨੀ ਦੇ ਬਾਅਦ ਵੀ ਹੱਥ ਪੱਲੇ ਕੁਛ ਨਹੀਂ ਪੈ ਰਿਹਾ। ਮੰਨ ਲਿਆ ਵੀ ਪ੍ਰਭੂ ਹੈ, ਮੰਨ ਲਿਆ ਉਹਦੀ ਜਾਣਕਾਰੀ ਲਈ ਲੋਕ ਤਰਲੋ ਮੱਛੀ ਹੋ ਰਹੇ ਨੇ, ਪਰ ਕੀ? ਤਾਂ ਕਿ ਅੰਤ ਨਾ ਪਾਏ ਜਾਏ। ਪ੍ਰਭੂ ਦੇ ਅੰਤ ਬਾਰੇ ਕੁਝ ਵੀ ਜਾਣਿਆ ਜਾ ਸਕਦਾ ਹੀ ਨਹੀਂ। ਬਹੁਤਾ ਕਹੀਏ, ਬਹੁਤਾ ਹੋਏ। ਆ ਹੁਣ ਕਮਾਲ ਦੀ ਗੱਲ ਹੈ। ਉਸ ਕਾਦਰ ਦੀ ਗੱਲ, ਬੇਅੰਤਤਾ, ਉਹਦੀ ਵਡਿਆਈ ਜਿੰਨੀ ਵਧੇਕ ਆਖੀਏ, ਜਿੰਨੀ ਵੱਧ ਤੋਂ ਵੱਧ ਆਖੀ ਚੱਲੀਏ, ਉਹ ਉਨੀ ਹੀ ਹੋਰ ਵੱਧ ਜਾਂਦੀ ਹੈ। ਆਪਾਂ ਹੈਲਪਲੈਸ ਹੋ ਜਾਂਦੇ ਆ। ਅਭਿਆਸੀ ਹੈਲਪਲੈਸ ਹੈ, ਕੋਈ ਵੀ ਹੈਲਪਲੈਸ ਹੈ।
ਅੱਜ ਫਰਜ਼ ਕਰ ਲਓ 100% ਕੋਈ ਜਾਣਕਾਰੀ ਹਾਸਲ ਕਰ ਵੀ ਲਏ ਤੇ ਉਸ ਕਰਤੇ ਪੁਰਖ ਦੀ ਵਡਿਆਈ ਉਸੇ ਵੇਲੇ 200% ਹੋ ਜਾਣੀ ਹੈ। ਕਿੰਨੀ ਕਮਾਲ ਦੀ ਗੱਲ ਹੈ। ਬਹੁਤਾ ਕਹੀਏ ਬਹੁਤਾ ਹੋਏ। ਉਸ ਕਰਤੇ ਪੁਰਖ ਦੀ ਗੱਲ, ਉਹਦੀ ਵਡਿਆਈ ਜਿੰਨੀ ਵੱਧ ਤੋਂ ਵੱਧ ਆਖੀ ਚੱਲੀਏ ਉਹ ਓਨੀ ਹੀ ਹੋਰ ਵੱਧ ਜਾਂਦੀ ਹੈ। ਅੱਜ ਕੋਈ ਜਿੰਨੀ ਜਾਣਕਾਰੀ ਹਾਸਲ ਕਰਦਾ, ਉਹ ਕਰਤੇ ਪੁਰਖ ਦੀ ਵਡਿਆਈ ਉਨੀ ਅੱਗੇ ਹੋਰ ਵੱਧ ਜਾਂਦੀ ਹੈ। ਬਹੁਤਾ ਕਹੀਏ ਬਹੁਤਾ ਹੋਏ, ਇਹ ਅੰਤ ਨਾ ਜਾਣੇ ਕੋਈ। ਅੱਗੇ ਚੱਲੀਏ। ਵੱਡਾ ਸਾਹਿਬ ਉੱਚਾ ਥਾਂ, ਅਕਾਲ ਪੁਰਖ ਪ੍ਰਮਾਤਮਾ ਪ੍ਰਭੂ ਸਰਬ ਸ੍ਰੇਸ਼ਟ ਹੈ। ਉਸ ਦਾ ਰੁਤਬਾ ਸਭ ਤੋਂ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਂ, ਉਹ ਕਰਤਾ ਪੁਰਖ ਬੇਅੰਤ ਹੈ, ਵੱਡਾ ਹੈ। ਉਹ ਸਾਹਿਬ ਵੱਡਾ ਹੈ, ਉਸ ਦਾ ਰੁਤਬਾ ਵੀ ਵੱਡਾ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਕਰਤਾ ਪੁਰਖ ਸਰਵਸ਼੍ਰੇਸ਼ਟ ਹੈ, ਉਸ ਦਾ ਰੁਤਬਾ ਸਭ ਤੋਂ ਉੱਚਾ ਹੈ। ਸਰਬ ਉੱਚ ਪ੍ਰਭੂ ਦੇ ਨਾਮ ਦੀ ਅਵਸਥਾ ਵੀ ਸਭ ਤੋਂ ਉੱਪਰ ਹੈ। ਬੜੇ ਧਿਆਨ ਨਾਲ, ਬਹੁਤ ਹੀ ਧਿਆਨ ਨਾਲ ਗੱਲ ਨੂੰ ਸਮਝਣਾ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਉਸ ਕਰਤੇ ਪੁਰਖ ਦੇ ਨਾਮ ਦੀ ਅਵਸਥਾ ਵੀ ਸਭ ਤੋਂ ਉੱਤੇ ਹੈ। ਨਾਮ ਇੱਕ ਅਵਸਥਾ ਹੈ। ਇਹ ਐਸੀ ਅਵਸਥਾ ਹੈ ਜਿੱਥੇ ਜਾ ਕੇ ਅਭਿਆਸੀ ਟੋਟਲ ਡਿਟੈਚਡ ਹੋ ਜਾਂਦਾ ਹੈ। ਹੇਤ ਦੇ ਜਿਹੜੇ ਬੰਧਨ ਨੇ, ਹੇਤ ਦੇ ਬੰਧਨ ਕਹਿ ਰਿਹਾ, ਜਿਹੜੀ ਅਟੈਚਮੈਂਟਸ ਹੈ, ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ ਜੀਓ। ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ ਜੀਓ। ਇਹ ਜਿਹੜੀ ਸਰਵਉੱਚ ਅਕਾਲ ਪੁਰਖ ਦੇ ਨਾਮ ਦੀ ਅਵਸਥਾ ਦੀ ਗੱਲ ਆ ਰਹੀ ਹੈ, ਇਹ ਵੀ ਸਭ ਤੋਂ ਉੱਪਰ ਹੈ। ਇਹ ਉਹ ਅਵਸਥਾ ਹੈ ਜਿੱਥੇ ਜਾ ਕੇ ਟੋਟਲ ਡਿਟੈਚਡ ਹੈ ਅਭਿਆਸੀ। ਇਸੇ ਕਰਕੇ ਨਾਮ ਨੂੰ ਸ਼ੁਰੂਆਤ ਦੇ ਵਿੱਚ ਆਪਾਂ ਐਕਸਪਲੇਨ ਕਰ ਰਹੇ ਹਾਂ। ਸੱਤੇ ਨਾਮ ਕਿਆ ਹੈ? ਸੱਤੇ ਦਾ ਮਤਲਬ ਹੈ ਐਗਜ਼ਿਸਟੈਂਸ, ਐਸੀ ਐਗਜ਼ਿਸਟੈਂਸ ਜਿਹੜੀ ਸਦਾ 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 ਵਾਸਤੇ ਹੋਏ। ਸੱਤੇ ਦਾ ਮਤਲਬ ਹੀ ਹੋਂਦ ਹੁੰਦਾ ਹੈ, ਔਰ ਐਸੀ ਹੋਂਦ ਜਿਹੜੀ ਫੋਰਐਵਰ ਹੋਏ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਜਿੰਨਾ ਉਹ ਆਪ ਸਰਬ ਸ੍ਰੇਸ਼ਟ ਹੈ, ਜਿੰਨਾ ਉਹਦਾ ਰੁਤਬਾ ਉੱਚਾ ਹੈ, ਉਨਾ ਹੀ ਉੱਚਾ ਉਸ ਅਕਾਲ ਪੁਰਖ ਦਾ ਨਾਮ ਹੈ। ਅੱਛਾ, ਤਿਸ ਉੱਚੇ ਕੋ ਜਾਣੈ ਸੋਏ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਹੁਣ ਉਸ ਪ੍ਰਭੂ ਅਕਾਲ ਪੁਰਖ ਜਿੰਨਾ ਕੋਈ ਉੱਚਾ ਹੋਵੇ ਤਾਂ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ। ਤਿਸ ਉੱਚੇ ਕੋ ਜਾਣੈ ਸੋਏ। ਕਿਸੇ ਹੋਰ ਦਾ, ਕਿਸੇ ਅਭਿਆਸੀ ਦਾ ਰੁਤਬਾ ਉੱਥੋਂ ਤੱਕ ਪਹੁੰਚੇ ਕਿ ਕੋਈ ਉਸ ਅਵਸਥਾ ਨੂੰ ਹਾਸਲ ਕਰੇ ਤਾਂ ਹੀ ਉਸ ਸਰਬ ਸ੍ਰੇਸ਼ਟ ਪ੍ਰਭੂ ਦੀਆਂ ਬਾਤਾਂ ਨੂੰ ਜਾਣਿਆ ਜਾ ਸਕਦਾ ਹੈ, ਉਸ ਨੂੰ ਜਾਣਿਆ ਜਾ ਸਕਦਾ ਹੈ।
एवड ऊंचा होवे कोई तिस ऊंचे को जाना सो। लो जान सकते, पॉसिबिलिटी है। जेवड आप जाने आप आप, करता पुरख अकाल पुरख परमात्मा प्रभु किन्ना वड्डा है, वो खुद परमात्मा ही जानता है। क्यों? क्योंकि वो सह भंग है। सह भंग होता सेल्फ स्टाइल्ड। सेल्फ स्टाइल्ड जिन्हें अपने आप ਨੂੰ डिजाइन किया हो। सह भंग करता पुरख किन्ना वड्डा है, वो आप ही जानता है। जेवड आप जाने आप आप, नानक नदरी करमी दात। नानक जोत आखदी है, उस दी बख्शिश रहमत सदका ही उस दियां दातां दा गुर प्रसाद मिल सकता है। उस दी नदर, उस दी मेहर करम दात, उस दियां दातां दा गुर प्रसाद ओदी बख्शिश द्वारा ही मिल सकता है। ये हो गया साडा पता नंबर 24। हुण आपां एक शब्द वल चलदे हां। ਇਹ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ। ਸ਼ਬਦ ਲੰਮਾ ਹੈ, ਅਸੀਂ ਥੋੜਾ ਜਿਹਾ ਇਹਨੂੰ ਸਿਰਫ ਧਿਆਨ ਦੇਣਾ। ਅਸੀਂ ਜਿਹੜੀਆਂ ਅਸੀਂ ਗੱਲਾਂ ਕਰਕੇ ਆਏ ਆ, ਜੋ ਅਸੀਂ ਸੁਣ ਕੇ ਸਮਝ ਕੇ ਆਏ ਆ, ਉਹਨਾਂ ਨੂੰ ਬਾਬਾ ਨਾਨਕ ਕਿਸੇ ਸੌਖੇ ਤਰੀਕੇ ਦੇ ਨਾਲ ਵੀ ਐਕਸਪਲੇਨ ਕਰਦਾ ਹੈ ਜੀ। ਬਾਬਾ ਅੱਲੋ ਅਗਮ ਅਪਾਰ, ਪਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ। ਕੀ ਕਹਿ ਰਿਹਾ ਬਾਬਾ ਨਾਨਕ? परमात्मा के गुणों तक पहुंच ही नहीं हो सकती। पाकी नाई पाक थाए सच्चा परवतगार। हाँ, उसकी वड्याई, उसका स्थान, थाए थां जगह बड़ी पवित्र है, जिथे वो कायम है, जिथे वो सोभ रहा है। हुण कीता की जाए? कीता की जाए? कहते आख आख मन वावना ज्यों ज्यों जापै वाए। वाए ज्यों ज्यों जीव नूं करते पुरख दे गुण, करते पुरख दा नाम जपण दी, बोलण दी, आखण दी सूझ आउंदी है, त्यों त्यों वो ये समझ लै रहा है कि ओदे गुणां नूं जिहड़ा बयान करना है वो बेअंत है। आख आख मन वावना। वावना कहते खुआर करना, खपाउणा, क्योंकि वो गुण है ही इन्ने बेअंत ने। जे ए तांग रख लोगे कि मैं करते पुरख नूं जानना ही जानना है, मैं करते पुरख नूं सुनना ही सुनना है, मैं उन्होंने देखना ही देखना है, ये मन नूं खपाउण वाली गल होएगी। आख आख मन वावना ज्यों ज्यों जापै वाए। जिसनो वाए सुनाई है सो केवड कित थाए।
सो जिस करते पुरख दे गुणां बारे बोल बोल के होरनां नूं दसीदा है, उस करते पुरख बारे ਇਹ ਤੇ ਪਤਾ ਲੱਗ ਹੀ ਨਹੀਂ ਸਕਦਾ ਵੀ ਉਹ ਕਿੰਨਾ ਵੱਡਾ ਹੈ, ਕਿਸ ਥਾਂ ਤੇ ਉਹਦਾ ਨਿਵਾਸ ਹੈ, ਕਿਸ ਥਾਂ ਤੇ ਰਹਿ ਰਿਹਾ। ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵਲਾਏ, ਉਹ ਸਾਰੇ ਜਿੰਨੇ ਵੀ ਉਹ ਆਖਣ ਵਾਲੇ ਨੇ, ਉਸ ਕਰਤੇ ਪੁਰਖ ਦੀਆਂ ਬਾਤਾਂ ਸੁਣਾਉਣ ਵਾਲੇ ਨੇ, ਉਹ ਥੱਕ ਜਾਂਦੇ ਨੇ, ਥੱਕ ਜਾਂਦੇ ਨੇ, ਕਿਉਂਕਿ ਉਹਦੀ ਕੋਈ ਹੱਥ ਨਹੀਂ ਪਾ ਸਕਦਾ। ਹਾਂ, ਇਹ ਸ਼ਬਦ ਨੂੰ ਜਿਉਂ-ਜਿਉਂ ਆਪਾਂ ਵਿਚਾਰਦੇ ਹਾਂ, ਇਹ ਸ਼ਬਦ ਸਾਰਿਆਂ ਨੇ ਪੜ੍ਹਨਾ, ਇਹਦੀ ਵਿਚਾਰ ਵੀ ਆਪਾਂ ਅੱਗੇ ਲੈ ਕੇ ਆਵਾਂਗੇ। ਬੜਾ ਇੰਪੋਰਟੈਂਟ ਸ਼ਬਦ ਹੈ। ਅੱਜ ਦਾ ਜਿੰਨਾ ਆਪਾਂ 24 ਨੰਬਰ ਪਦਾ ਡਿਸਕਸ ਕੀਤਾ ਹੈ, ਬੜੀ ਬੜੀ ਸਾਦੀ ਬੋਲੀ ਦੇ ਵਿੱਚ ਬਾਬੇ ਨਾਨਕ ਨੇ ਸਾਨੂੰ ਇੱਥੇ ਸਮਝਾਇਆ। ਸੋ ਇਸ ਸ਼ਬਦ ਦੇ ਅੰਤ ਤੇ ਜਾ ਕੇ, ਬਹੁਤ ਵੱਡਾ ਸ਼ਬਦ ਹੈ ਇਹਦੇ ਅੰਤ ਦੇਖੋ, ਇਹਦਾ ਸ਼ਬਦ ਦਾ ਕਿਸ ਤਰ੍ਹਾਂ ਕਰਦੇ ਆ ਬਾਬਾ ਨਾਨਕ। ਸਭ ਕੋ ਆਖੈ ਬਹੁਤ ਬਹੁਤ ਲੈਣੇ ਕਹਿ ਵਿਚਾਰ। ਪਰਮਾਤਮਾ ਤੋਂ ਦਾਤਾਂ ਲੈਣ ਦੇ ਖਿਆਲ ਨਾਲ ਹਰ ਜੀਵ ਮੰਗ ਕਰ ਰਿਹਾ ਉਹਦੇ ਅੱਗੇ। ਕੇਵੜ ਦਾਤਾ ਆਖੀਐ ਦੇ ਕੇ ਰਹਿ ਸ਼ਮਾਰ। ਪਰ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਦਾਤਾ ਕਿੰਨਾ ਵੱਡਾ। ਉਹ ਦਾਤਾਂ ਦੇ ਰਿਹਾ, ਪਰ ਉਹ ਦਾਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਬੇਸ਼ੁਮਾਰ ਨੇ। ਨਾਨਕ ਜੋਤ ਕੀ ਆਖਦੀ ਹੈ, ਤੇਰੇ ਖਜ਼ਾਨੇ ਦੀ, ਤੇਰੇ ਖਜ਼ਾਨੇ ਜਿਹੜੇ ਹੈ ਨਾਨਕ ਤੋਟ ਨਾ ਆਵੇ, ਉਹਨਾਂ ਚ ਕੋਈ ਕਮੀ ਨਹੀਂ ਆ ਸਕਦੀ, ਕੋਈ ਉਹਨਾਂ ਚ ਉਹ ਸਦਾ ਭਰੇ ਰਹਿੰਦੇ ਹੈ, ਇਹਨਾਂ ਵਿੱਚ ਕਦੇ ਘਾਟ ਨਹੀਂ ਆ ਸਕਦੀ। ਇਹ ਟੌਪਿਕ ਇੱਕ ਸ਼ੁਰੂ ਹੋ ਰਿਹਾ ਕਰਤੇ ਪੁਰਖ ਦੀ ਵਡਿਆਈ ਦਾ। ਇਹ ਵੀ ਮੈਂ ਦੱਸਦਾ ਚੱਲਾਂ, ਆ ਦੇਖੋ, ਇਹ ਇਸ ਚੀਜ਼ ਵੱਲ ਧਿਆਨ ਦੇਣਾ। ਗੁਰੂ ਗ੍ਰੰਥ ਸਾਹਿਬ ਸਫਾ ਨੰਬਰ 53 ਨੰਬਰ ਸਫੇ ਤੇ ਇਹ ਸ਼ਬਦ ਸ਼ੁਰੂ ਹੋ ਰਿਹਾ ਹੈ। ਬਾਬੇ ਨਾਨਕ ਦੀ ਬਾਣੀ ਹੈ ਸ੍ਰੀ ਰਾਗ ਦੇ ਵਿੱਚ, ਔਰ ਇਹ ਸ਼ਬਦ ਇੱਥੇ ਇਹਦੇ 7 ਪਦੇ ਨੇ। ਸਕਰੀਨ ਤੇ ਦੇਖੋ, 7 ਨੰਬਰ ਪਦਾ, ਔਰ ਆ ਅੱਗੇ ਨੰਬਰ ਪਾਇਆ 1। ਇਹ ਇੱਕ ਟੌਪਿਕ ਸ਼ੁਰੂ ਹੋ ਰਿਹਾ ਹੈ। ਇਹ ਟੌਪਿਕ ਜਦੋਂ ਤੱਕ ਪੂਰਾ ਨਹੀਂ ਹੋਏਗਾ, ਇਹ ਨੰਬਰ ਅੱਗੇ ਵੱਧਦੇ ਜਾਣਗੇ। ਅਗਲੇ ਸ਼ਬਦ ਦੇ 8 ਪਦੇ ਨੇ, ਆ ਹੈ ਨੰਬਰ 2। ਸੋ ਇਹ ਜਿਉਂ-ਜਿਉਂ ਤੁਸੀਂ ਅੱਗੇ ਜਾਈ ਜਾਓਗੇ, ਇਹਦੀ ਗਿਣਤੀ ਵਧੀ ਜਾਏਗੀ, ਔਰ ਜਿੱਥੇ ਕਿਤੇ ਉਹ ਟੌਪਿਕ ਬਦਲੇਗਾ, ਉੱਥੇ ਨੰਬਰ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਜਾਏਗਾ। ਇਹ ਇਸ ਗੱਲ ਦੇ ਬਾਬਤ ਵੀ ਆਪਾਂ ਵਿਚਾਰ ਕਰਾਂਗੇ ਕਿਸੇ ਦਿਨ ਅੱਗੇ ਜਿਉਂ-ਜਿਉਂ ਆਪਾਂ ਚੱਲਾਂਗੇ ਤੇ ਸਾਰੀਆਂ ਚੀਜ਼ਾਂ ਖੁੱਲਦੀਆਂ ਜਾਣਗੀਆਂ। ਗੱਲ ਕਰਤੇ ਪੁਰਖ ਦੀ ਵਡਿਆਈ ਦੀ ਹੈ, ਗੱਲ ਕਰਤੇ ਪੁਰਖ ਦਾ ਅੰਤ ਪਾਉਣ ਦੀ ਹੈ। ਜੇ ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਤੇ ਅਸੀਂ ਕੀ ਕਰਨਾ। ਇਸੇ ਬਾਣੀ ਚ ਸਾਨੂੰ ਅੱਗੇ ਗਿਆਨ ਆਏਗਾ। ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਸਾਨੂੰ ਕਰਤੇ ਪੁਰਖ ਦਾ ਨਹੀਂ ਪਤਾ, ਉਹ ਕਿੱਥੇ ਹੈ, ਉਹ ਕਿੱਦਾਂ ਦਾ, ਉਹਦੀ ਕੋਈ ਆਵਾਜ਼ ਨਹੀਂ ਸਾਨੂੰ ਸੁਣਦੀ, ਉਹਦੇ ਕਿਸੇ ਸਰੂਪ ਬਾਰੇ ਸਾਨੂੰ ਨਹੀਂ ਪਤਾ। ਹਾਂ, ਸਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਗੁਰੂ ਸਾਹਿਬਾਨ, ਗੁਰੂ ਬਾਬਾ ਨਾਨਕ,
महला दूजा, महला तीजा, चौथा, पंजवां, उन्होंने सानू ज्ञान बख्शिया और वो ज्ञान इको ही गल वल सानू प्रेर रहा है। बाबा नानक कहंदा, नाम बिना सब कूड़ गाली होछियां। नाम बिना सब कूड़ गाली होछियां, क्योंकि सानू करते पुरख दा नाम पता है। करते पुरख दे नाम दी गल साडे कोल है। सिमरत वेद पुराण पुकारन पोथियां। इस करके असी की करना है, असी उस नाम नू संभालना है, असी उस नाम की सेवा करनी है, असी उस नाम नू जपना है। नाम हमारे गुर की सेव, जपो ता इको नामा, अवर निराफल कामा। हुण जेड़े बंदे इन्ने पुराण सिमरतियां शास्त्र धार्मिक पुस्तकां पढ़ी जा रहे हैं और नाम नू लांभे छड्ड के कर्म कांड दा उपदेश दी जा रहे हैं, उच्ची उच्ची सुणाउंदे है। बाबा नानक कहंदा वो थोथियां गल्लां करदे है, थोथे ने। थोथा चना बाजे घना, वो लगेगा कि हाँ गल बड़ी सोहनी है, बहुत ही सोहनी विचार हुई है। सिमरत वेद पुराण पुकारन पोथियां, जेड़े बंदे वेद पुराण सिमरतियां होर धार्मिक पुस्तकां पढ़ पढ़ के उच्ची उच्ची सुना रहे ने, पर लेकिन उन्होंने नाम नू लांभे छड्डिया। वो उपदेश ही कर्मकांड दा दे रहे हैं, कहंदे वो गल्लां ही थोथियां ने उन्हां दी। नाम बिना सब कूड़ गल ही होछियां। परमात्मा दे नाम तो बिना सारा प्रचार ही झूठा है। जे कोई ज्ञान परमात्मा दे नाम दी गल नहीं करदा, वो झूठा है, वो कूड़ है। किन्नी जिन्हों आपां पंजाबी च कह दिंदे भी बाबे नानक ने ठोक के गल कीती है। अगे कहंदे नाम निधान अपार, भगतां मन वसै। यकीन करियो लोग आकी हुए बैठे है, क्योंकि क्योंकि दसन वाले धार्मिक पुस्तकां पढ़ के सुनाउण वाले आप नहीं अमल कर रहे। परमात्मा दे नाम दा बेअंत खजाना परमात्मा दे भगतां दे हिरदियां विच वसदा है। नाम निधान अपार, भगता मन वसै। ते गुरु दी संगत, नाम हमारी संगत अत प्यारी। गुरु दी संगत दे नाल नाम जपिया ऐस जन्म मरण दे दुख और अटैचमेंट्स ये सब दूर हो जाते हैं। जन्म मरण मोह दुख, मोह अटैचमेंट, दुख परमात्मा तो विछोड़ा, साधु संग नसै। रहाओ मोहे बाद अहंकार सर पर रुन्या। मोहे बाद अहंकार सर पर रुन्या उत्ते गल आई है। वह बंदा हुण माया दे मोह विच, शास्त्रां दे अर्थ करन विच, ओहदा वख्यान करन विच, अहंकार विच फस जांदा है ते ओह दुखी हुंदा है। सुख न पायन मूल नाम विछोनिया। दा रीजन की है? क्योंकि वह नाम तो विछड़े है, वो नाम नहीं जपदे, नाम की गल ही नहीं करते। ऐसे बंदे कदे भी आत्मक आनंद परमात्मा दे नाल मेल सुख खखे नूं औंकड़ ये है ही। आ दुख जिहड़ी उपर गल कीती है
ये परमात्मा का विछोड़ा है। आ लफज देखो, आ इत्थे लफज है, यह है परमात्मा का विछोड़ा। और आ जिहड़ा सुख है, यह है परमात्मा दे नाल मेल। सुख ना पाएन मूल नाम विछुरनिया। जिहड़े नाम तो विछड़े वो परमात्मा बारे की जानणगे, परमात्मा नूं किस तरह प्रगट करनगे, उस प्रभु दे नाल किस तरह मेल करनगे। मेरी मेरी धार बंधन बंधिया, नाम तो खुंज के माया दे नाल अटैचमेंट्स, उस अटैचमेंट दे बंधन विच ओ बन्ने पए है। नरक सुरग अवतार माया धंधिया। नरक सुरग अवतार वो दुख सुख भोगते हैं, क्योंकि क्योंकि वो है ही माया च ने। सोदत सोदत सोद तत् विचारिया, चंगी पड़ताल करके कहते एवं नहीं मैं गल कर रहा। लिख के देने ने, लिख के महला पंजवा धन गुरु अर्जन पातशाह कहते एवं मैं हवा च नहीं गल कर रहा। सोदत सोदत सोध तत् विचारिया, कहते बड़ी चंगी पड़ताल की, बड़ा मैं सोच सोच के ऐस निर्णय ते पहुंचिया, ऐस असलीयत ते पहुंचिया कि परमात्मा दे नाम तो बिना आत्मक आनंद, परमात्मा दी प्राप्ति, प्रकाश असी हासिल नहीं कर सकते। नाम बिना सुख ना है। सर पर हारिया, सर पर, सर पर यह नहीं कि सिर दे उत्ते, सर पर डेफिनेट अवश्य, सर पर अवश्य, वो अवश्य ही हारनगे। नाम बिना सुख नाए, सर पर हारिया अवश्य ही हारनगे वो जेड़े नाम तो दूर ने। आवे जाए अनेक मर मर जन्मते, बिन बूझे सब वाद जोनी भरमते। जिनको भय दयाल तिन साधु संग पया, अमृत हर का नाम तिनी जनी जप लिया। खोजे कोट असंख बहुत अनंत के, जिस बुझाए आप नेड़ा ते से। आगी बख्शिश की गल जिथे पदा नंबर 24 खत्म होया है, उस दी बख्शिश सदका ही उस दियां दातां दा गुरप्रसाद सानू मिलेगा। जिनको भय दयाल तिन साधु संग पया, अमृत हर का नाम तिनी जनी जप लिया। खोजे कोट असंख बहुत अनंत के, जिस बुझाए आप नेड़ा तिस है। की कहते, की निचोड़ कढ रहे महला पंजवा, कहते विसर नाही दाता। ओहो, कहते नाम ना भुले, अपना नाम दियो। गुण गावा दिन रात, नानक चाहो हो। मैनू कहते चाह चढ़िया रवे, मैं हर वेले दिन रात हाय गुरु, हाय गुरु, हाय गुरु, हाय गुरु, दिन रात एहो हुंदा रहे। विसरना ही दातार, अपना नाम दे। गुण गावा दिन रात, नानक चाहो हो। ये चाह है कि दिन रात उस करते पुरख दे गुण गाउंदा रवां। यह है भगती, यह है प्रेमा भगती, यह है प्यार, यह है विचार। जप जप नाम गोबिंद का पूर्ण विचार। बड़े ध्यान दे नाल ये जो अज दा असीं विचार कीती है, लाइन बाय लाइन चले। पदा खत्म करके आपां दो शब्द विचारे ने जिहड़े बिल्कुल रिलेटेड सी अपने टॉपिक दे नाल, करते पुरख दी वडियाई दे नाल, करते पुरख दे नाम दे नाल। आपां पदा नंबर 24 पूरा करके वो दो शब्द बहुत
ਬੜਾ ਲਾਈਟ ਜਿਹਾ ਵਿਚਾਰ ਆਪਾਂ ਕੀਤਾ ਉਹਨਾਂ ਦਾ, ਉਹ ਸੰਗਤਾਂ ਨੇ ਨੋਟ ਕਰ ਲੈਣੇ ਔਰ ਆਪ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਅੱਜ ਦੀ ਵਿਚਾਰ ਸੁਣ ਕੇ